ਸਾਡੇ ਵਿੱਚ ਇੱਕ ਸ਼ਖਸੀਅਤ ਹੋਰ ਵੀ ਹੈ, ਸਰ ਹਰਮੀਤ ਸਿੰਘ ਜੀ ਸ਼ਾਹ। ਇਹ CNN TV ਦੇ ਵਿੱਚ ਨੇ, ਹੁਣੇ ਉੱਤਰਾਖੰਡ ਦਾ ਦੌਰਾ ਵੀ ਕੀਤਾ, ਗੁਰਬਾਣੀ ਦੇ ਬੜੇ ਗਿਆਤਾ ਨੇ। ਮੈਂ ਹੁਣ ਕਿਉਂਕਿ ਆਏ ਨੇ ਤਾਂ ਮੈਂ ਜ਼ਰੂਰ ਕਹਾਂਗਾ ਕਿ 2-4-5 ਮਿੰਟ ਲਈ ਅੱਜ ਦੇ ਜਿਹੜਾ ਸਾਡਾ ਟੋਪਿਕ ਹੈ, ਨਾ ਕੋਈ ਬੈਰੀ ਨਾ ਹੀ ਬੇਗਾਨਾ, ਉਸ ਬਾਰੇ ਆਪਣੇ ਗੱਲ ਜ਼ਰੂਰ ਕਰੋ ਜੀ। ਹਾਜ਼ਰੀਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪਵਿੱਤਰ ਮਰਕਜ਼ ਦੇ ਵਿੱਚ ਰੋਸ਼ਨ ਫਰੋਜ਼ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਣਾਏ। ਗੁਰੂ ਨਾਨਕ ਪਾਤਸ਼ਾਹ ਦਾ ਪਹਿਲਾ ਜਿਹੜਾ ਲੈਸਨ ਸੀ ਉਹ ਸੀ ਸੰਗਤ, ਤੇ ਦੂਸਰੀ ਸੀ ਪੰਗਤ। ਸੰਗਤ यानी कॉन्ग्रीगेशन, इकट्ठ, और पंगत जिसने कास्ट बैरियर्स, रिलीजियस बैरियर्स तोड़ दिते। ये दो बुनियादी फलसफे ने। ਜਦੋਂ ਅਸੀਂ ਆਪਾਂ ਇੱਥੇ ਇਕੱਤਰਿਤ ਹੁੰਦੇ ਹਾਂ ਤੇ ਕਈ ਚੀਜ਼ਾਂ ਸਿੱਖਦੇ ਹਾਂ ਤੇ ਕਈ ਚੀਜ਼ਾਂ ਸਾਨੂੰ ਅਨਲਰਨ ਵੀ ਕਰਨੀ ਪੈਂਦੀਆਂ ਨੇ, ਬਿਕੋਜ਼ ਅਨਲਰਨਿੰਗ ਐਂਡ ਲਰਨਿੰਗ ਗੋ ਹੈਂਡ ਇਨ ਹੈਂਡ। ਜਿਹੜੀ ਸਾਡੇ ਪੁਰਾਣੀ ਕਈ ਗੱਲਾਂ ਸਾਡੇ ਦਿਮਾਗ 'ਚ ਬਿਠਾ ਦਿੱਤੀਆਂ ਜਾਂਦੀਆਂ ਨੇ ਕਿ ਮੈਂ ਉੱਚਾ ਤੂੰ ਨੀਵਾਂ, ਜਾਂ ਮੈਂ ਇਹ ਫੇਥ ਨੂੰ ਫੋਲੋ ਕਰਦਾ। ਪਹਿਲੇ ਤਾਂ ਮੈਨੂੰ ਇਹ ਸਮਝ ਨਹੀਂ ਆਉਂਦੀ, ਜਦੋਂ ਕੋਈ ਕਹਿੰਦਾ ਆਈ ਬਿਲੀਵ ਇਨ ਗੁਰੂ ਗ੍ਰੰਥ ਸਾਹਿਬ, ਆਈ ਟੈਲ ਦੈਮ ਓਕੇ ਯੂ ਬਿਲੀਵ ਇਨ ਗੁਰੂ ਗ੍ਰੰਥ ਸਾਹਿਬ, ਡੂ ਯੂ ਫੋਲੋ ਗੁਰੂ ਗ੍ਰੰਥ ਸਾਹਿਬ? ਬਿਲੀਫ ਜਿਹੜਾ ਹੈਗਾ ਨਾ, ਉਸ ਵਿੱਚ ਮੈਨੂੰ ਕੁਛ ਨਾ ਕੁਛ ਬੁੱਤ ਪ੍ਰਸਤੀ ਦੀ ਮਹਿਕ ਆਉਂਦੀ ਹੈ। ਮੈਂ ਬਿਲੀਵ ਕਰ ਰਿਹਾ, ਜਦ ਮੈਂ ਬਿਲੀਵ ਕਰ ਰਿਹਾ ਫਿਰ ਮੈਂ ਸਜਦਾ ਵੀ ਕਰ ਰਿਹਾ, ਫਿਰ ਮੈਂ ਸਜਦਾ ਕਰ ਰਿਹਾ ਅਤੇ ਫਿਰ ਮੈਂ ਉਹੀ ਕਰਮ ਕਰ ਰਿਹਾ ਜੋ ਸਾਨੂੰ ਉੱਤੇ ਅਤੇ ਨੀਵੇਂ ਪੱਧਰ ਦੇ ਵਿੱਚ ਅਲੱਗ-ਅਲੱਗ ਪਲੈਟਫਾਰਮਸ ਦੇ ਵਿੱਚ ਡਿਵਾਈਡ ਕਰਦੇ ਨੇ। ਅਤੇ if you live up to the teachings of Sri Guru Granth Sahib, I think that is more important, and here lies the new learning, and we have to unlearn what we have been getting it from our so-called clergy. ਤੇ ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਤੇ ਗੁਰੂ ਨਾਨਕ ਪਾਤਸ਼ਾਹ ਦਾ ਪਹਿਲਾ ਕੰਸੈਪਟ ਸੀ, ਉਹ ਜਪਜੀ ਸਾਹਿਬ ਵਿੱਚ ਵੀ ਆਉਂਦਾ ਹੈ, ਔਰ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅੱਖਰ ਹੈ ਏਕ ਓਂਕਾਰ। ਉਹਨੇ ਪਹਿਲੇ ਡਿਸਟਿੰਕਸ਼ਨ ਸਾਰੀਆਂ ਤੋੜ ਦਿੱਤੀਆਂ। ਯਾਨੀ ਮਨੁੱਖ ਨੇ ਕਿਸੇ ਵੀ ਤਰੀਕੇ ਨਾਲ, ਅਗਰ ਮੈਂ ਆਪਣੇ ਵਿੱਚ ਵੀ ਸਿੱਖਾਂ ਵਿੱਚ ਵੀ ਇਹ ਦੇਖਾਂ ਕਿ ਅਗਰ ਇਹ ਮੈਨੂੰ ਉੱਚੀ ਨੀਵੀਂ ਵਾਲੀ ਗੱਲ ਸਾਹਮਣੇ ਦਿਖਦੀ ਹੈ ਜਾਂ ਮੈਂ ਉਹਨੂੰ ਕਾਸਟ 'ਤੇ ਵੀ ਡਿਵਾਈਡ ਕਰ ਰਿਹਾ, ਅਤੇ ਦੈਨ ਆਈ ਐਮ ਵਾਇਲੇਟਿੰਗ ਗੁਰੂ ਗ੍ਰੰਥ ਸਾਹਿਬ। ਮੈਂ ਹੁਣ ਉੱਤਰਾਖੰਡ ਹੋ ਕੇ ਆਇਆ ਜੀ, ਉੱਧਰ ਮੈਂ ਪਿਲਗ੍ਰਿਮਸ ਦਾ ਹਾਲ ਦੇਖਿਆ, ਬੜਾ ਬੁਰਾ ਹਾਲ ਹੈ। ਫਿਰ ਮੈਂ ਉਹ ਹੇਮਕੁੰਡ ਸਾਹਿਬ ਦੇ ਯਾਤਰੂਆਂ ਦਾ ਵੀ ਹਾਲ ਦੇਖਿਆ। ਮੈਨੂੰ ਕਈ ਗੱਲਾਂ ਇਸ ਤਰ੍ਹਾਂ ਦੀਆਂ ਲੱਗਦੀਆਂ ਨੇ ਕਿ ਬਈ ਅਸੀਂ ਫਾਰਮ ਐਂਡ ਸ਼ੇਪ ਵਿੱਚ ਤਾਂ ਵੱਖਰੇ ਹੋ ਗਏ ਹਾਂ, ਸਬਸਟੈਂਸ ਸਾਡਾ ਸੇਮ ਹੈ। ਮੈਂ ਹੁਣੇ ਮੇਰੇ ਚਾਚਾ ਜੀ ਨਾਲ ਆਏ, ਮੈਂ ਉਹੀ ਗੱਲ ਕਰ ਰਿਹਾ ਕਿ ਕੁਛ ਗੱਲਾਂ ਆਪਣੇ ਆਪ ਨੂੰ ਜਿੰਨਾ ਅਸੀਂ ਲਿਬਰਲ ਹੋ ਸਕਦੇ ਸੀ, ਜਿੰਨੀ ਸਾਡੀ ਵਿਚਾਰਧਾਰਾ ਯੂਨੀਵਰਸਲ ਹੋ ਸਕਦੀ ਸੀ, ਅਸੀਂ ਉਸ ਨੂੰ ਬੜਾ ਹੀ ਸੰਕੋਚ ਦਿੱਤਾ ਹੈ, ਬੜਾ ਨੈਰੋ ਕਰ ਦਿੱਤਾ ਹੈਗਾ। ਘੁਮਾ ਫਿਰਾ ਕੇ ਗੱਲ ਉੱਥੇ ਹੀ ਆ ਜਾਂਦੀ ਹੈ। ਅਸੀਂ ਜਿੰਨੀ ਵੇਸਟੇਜ ਅਸੀਂ ਕਰਦੇ ਹਾਂ, ਹਾਂਜੀ, ਜਿੰਨਾ ਅਸੀਂ ਐਨਵਾਇਰਮੈਂਟ ਦੇ ਅਗੇਂਸਟ ਜਾਂਦੇ ਹਾਂ, ਸ਼ਾਇਦ ਹੀ ਕੋਈ ਵੱਖਰਾ ਕੋਈ ਹੋਰ ਜਾਂਦਾ ਹੋਵੇ, ਜਾਂ ਅਸੀਂ ਉਸ ਤੋਂ ਵੱਧ ਹੀ ਕਰਦੇ ਹੋਏ ਘੱਟ ਨਹੀਂ ਕਰ ਰਹੇ। ਅਤੇ ਉਸ ਵਿੱਚ ਵੀ ਅਸੀਂ ਇਸ ਤਰ੍ਹਾਂ ਆ ਗਏ ਹਾਂ। ਹੁਣ ਮੈਂ ਦੁਬਾਰਾ ਉਸ ਟੌਪਿਕ 'ਤੇ ਆਉਂਦਾ ਕਿ ਇਹ ਨਾਕੋ ਬੈਰੀ ਨਾ ਹੈ ਬੇਗਾਨਾ ਨਾਲ ਕਿਸ ਤਰ੍ਹਾਂ ਇਹ ਗੱਲ ਜੁੜਦੀ ਹੈ। ਉਹ ਇਸ ਤਰ੍ਹਾਂ ਜੁੜਦੀ ਹੈ ਕਿ ਉਸ ਵਿੱਚ ਸਿਰਫ ਹਿਊਮਨ ਬੀਇੰਗਸ ਨਹੀਂ, ਉਸ ਵਿੱਚ ਪੂਰੀ ਕੁਦਰਤ ਆਉਂਦੀ ਹੈ। ਉਸ ਕੁਦਰਤ ਨੂੰ ਅਤੇ ਉਸ ਕਾਦਰ ਦੇ ਵਿੱਚ ਕੋਈ ਫਰਕ ਨਹੀਂ। ਨਾਨਕ ਸੱਚ ਦਾਤਾਰ ਸ਼ਨਾਖਤ ਕੁਦਰਤੀ, ਔਰ ਕੁਦਰਤ ਦੀ ਜਿੰਨੀ ਵੀ ਕ੍ਰੀਏਸ਼ਨਸ ਨੇ ਉਸ ਦਾ ਅਦਬ ਕਰਨਾ, ਇਹ ਗੁਰੂ ਨਾਨਕ ਸਾਹਿਬ ਦਾ ਸ਼ਾਇਦ ਫਲਸਫਾ ਸੀ। ਅਤੇ ਹੁਣ ਉਸ ਨੂੰ ਫੋਲੋ ਕਿਸ ਤਰ੍ਹਾਂ ਕਰਨਾ, ਹਾਊ ਟੂ ਲਿਵ ਅਪ ਟੂ ਇਟ ਇਜ਼ ਮੋਸਟ ਇੰਪੋਰਟੈਂਟ। ਮੈਨੂੰ ਸਿਰਫ 5 ਮਿੰਟ ਮਿਲਣ ਦੇ, ਮੈਂ 5 ਮਿੰਟਾਂ 'ਚ ਇਹ ਗੱਲ ਮੁਕਾਉਣੀ ਚਾਹਾਂਗਾ ਕਿ ਕੋਈ ਵੀ ਐਸਾ ਕੰਮ, ਕੋਈ ਵੀ ਐਸਾ ਕਰਮ ਸਾਡੇ ਵਿੱਚ ਵੀ ਅਗਰ ਮੈਨੂੰ ਉਹ ਕਹਿੰਦਾ ਕਿ ਤੂੰ ਇਹ ਕੀਤਾ ਅਤੇ ਤੂੰ ਅੱਛਾ ਸਿੱਖੇ, ਤੂੰ ਇਸ ਤਰ੍ਹਾਂ ਦਾ ਕੋਈ ਲਿਬਾਸ ਪਾਇਆ ਜਾਂ ਇਸ ਤਰ੍ਹਾਂ ਦਾ ਤੂੰ ਕੋਈ ਪਹਿਰਾਵਾ ਪਾਇਆ ਜਾਂ ਇਸ ਤਰ੍ਹਾਂ ਦਾ ਕੋਈ ਚਿੰਨ੍ਹ ਪਾਇਆ ਤਾਂ ਤੂੰ ਅੱਛਾ ਸਿੱਖੇ, ਅਤੇ ਆਈ ਥਿੰਕ ਇੱਥੇ ਫਿਰ ਵਾਇਲੇਸ਼ਨ ਆ ਜਾਂਦੀ ਹੈ। ਅਸੀਂ ਉਹ ਬਾਹਰਲੀ ਵਾਇਲੇਸ਼ਨ ਆਪਣੇ ਅੰਦਰ ਲੈ ਆਏ ਹਾਂ ਕਿ ਕਿਸੇ ਖਾਸ ਕਿਸਮ ਦਾ ਕੋਈ ਕੜਾ ਪਾਉਣਾ ਜਾਂ ਕਿਸੇ ਖਾਸ ਕਿਸਮ ਦੀ ਕੋਈ ਪੱਗ ਪਾਉਣੀ
ਜਾਂ ਕੋਈ ਹੋਰ ਐਸਾ ਮਨੁੱਖ ਹੈਗਾ ਜਿਹੜਾ ਉਹ ਨਹੀਂ ਕਰ ਰਿਹਾ ਤੇ ਮੈਂ ਉਸ ਨੂੰ ਕਹਾਂ ਨਹੀਂ ਨਹੀਂ ਤੂੰ ਤਾਂ ਠੀਕ ਨਹੀਂ ਹੈਗਾ, ਤੇ ਫਿਰ ਇਹ ਤੇ ਗੁਰੂ ਨਾਨਕ ਵਾਇਲੇਟ ਹੋ ਗਿਆ ਜੀ। ਤੇ ਜਿੱਧਰ ਅਸੀਂ ਪਹਿਲੇ ਤੇ ਮਨੁੱਖਾਂ ਵੱਲ ਦੇਖੀਏ, ਕੁਦਰਤ ਤੇ ਬੜੀ ਵੱਡੀ ਗੱਲ ਹੈ, ਪਹਿਲੇ ਆਪਣੇ ਵਿੱਚ ਹੀ ਦੇਖ ਲਈਏ ਕਿ ਕਿਤੇ ਕੋਈ ਐਸੀ ਕੋਈ ਸਾਡੇ ਅੰਦਰ ਉਹ ਚੀਜ਼ਾਂ ਤੇ ਨਹੀਂ ਆ ਰਹੀਆਂ ਕਿ ਅਸੀਂ ਅਨਡਿਫਾਈਨੇਬਲ ਹੁੰਦੇ ਜਾ ਰਹੇ ਹਾਂ। ਕੱਲ੍ਹ ਨੂੰ ਸਾਡੇ ਬਾਰੇ ਵੀ ਲੋਕ ਕਹਿਣਾ ਸ਼ੁਰੂ ਕਰ ਦੇਣ ਜੀ ਕਿ ਇਹ ਇਟਸ ਅ ਕਲਚਰ, ਇਟਸ ਨਾਟ ਅ ਰਿਲੀਜਨ। ਉਹ ਕਲਚਰ ਵਿੱਚ ਕੀ ਹੁੰਦਾ ਹੈ, ਕਲਚਰ ਵਿੱਚ ਨਾ ਸਾਰੇ ਮਿਲਗੋਬਰ ਕਿਸਮ ਦੀ ਸਾਰੀ ਗੱਲਾਂ ਆ ਜਾਂਦੀਆਂ ਨੇ। ਜਦੋਂ ਅਸੀਂ ਕਹਿੰਦੇ ਨੇ ਕਲਚਰ ਹੈ ਤੇ ਉਹ ਮਤਲਬ ਇਹ ਸਭ ਕੁਛ ਹੀ ਕਰਦੇ ਨੇ ਜੀ। ਇੱਕ ਗੱਲ ਯਕੀਨ ਜਾਣੀ ਹੈ ਕਿ ਫਲਸਫਾ, ਮੈਨੂੰ ਕਈ ਕਹਿੰਦੇ ਨੇ ਕਿ ਤੁਸੀਂ ਜਿਹੜੀ ਹਿਊਮਨ ਬਾਡੀ ਹੈ ਤੁਸੀਂ ਉਹਨੂੰ ਸੰਸਕਾਰ ਕਰਦੇ ਹੋ ਉਸਦਾ, ਤੇ ਇਹ ਤਾਂ ਬੜਾ ਸਿਮਿਲਰ ਹੈਗਾ ਹੈ, ਤੁਹਾਡੇ ਕਸਟਮਸ ਕਈ ਨੇ ਜਿਹੜੇ ਹਿੰਦੂਇਜ਼ਮ ਨਾਲ ਮਿਲਦੇ ਨੇ। ਮੈਂ ਕਹਿੰਦਾ ਇੱਕ ਫ਼ਰਕ ਸਮਝ ਲਓ ਉਸ ਦੇ ਵਿੱਚ ਕੀ ਹੈਗਾ। ਫ਼ਰਕ ਇਹ ਹੈਗਾ ਜੀ, ਤੁਸੀਂ ਹਿਊਮਨ ਬਾਡੀ ਡਿਸਪੋਜ਼ ਆਫ ਕਰਨੀ ਹੈ, ਕ੍ਰੀਮੇਸ਼ਨ ਕਰਤੀ। ਫਲਸਫਾ ਇਹ ਹੈਗਾ ਕਿ ਮੈਂ ਕ੍ਰੀਮੇਟ ਕਰ ਰਿਹਾ, ਮੈਂ ਇਹ ਕਰਕੇ ਇਹ ਸੋਚ ਕੇ ਕ੍ਰੀਮੇਟ ਨਹੀਂ ਕਰ ਰਿਹਾ ਕਿ ਇਸ ਨਾਲ ਕੋਈ ਰੂਹ ਨੂੰ ਕੋਈ ਹਾਰਮ ਹੋਏਗੀ ਜਾਂ ਉਸ ਨੂੰ ਕੋਈ ਪ੍ਰੋਫਿਟ ਮਿਲੇਗਾ। ਇਹ ਫਲਸਫਾ ਹੈ, ਆਈ ਐਮ ਡਿਸਪੋਜ਼ਿੰਗ ਇਟ ਆਫ। ਅਗਰ ਮੈਂ ਉਸ ਨੂੰ ਇਹ ਜੋੜ ਦੇਵਾਂ ਕਿ ਮੇਰੇ ਇਹ ਕਰਮ ਕਰਨ ਨਾਲ, ਮੇਰੇ ਇਹ ਰਿਚੁਅਲ ਕਰਨ ਨਾਲ ਇਸ ਦੀ ਰੂਹ ਨੂੰ ਕੋਈ ਜਾ ਕੇ ਸਵਰਗ ਮਿਲੇਗਾ ਜਾਂ ਨਰਕ ਮਿਲੇਗਾ, ਤੇ ਫਿਰ ਮੈਂ ਮਾਫ ਕਰਨਾ, ਫਿਰ ਮੈਂ ਉਹੀ ਕੁਝ ਕਰ ਰਿਹਾ। ਸੋ ਇੰਪੋਰਟੈਂਟ ਇਜ਼ ਕਿ ਅਸੀਂ ਉਸ ਦੇ ਜਿਹੜੀ ਫਿਲਾਸਫੀ ਹੈ ਉਸ ਨੂੰ ਫੋਲੋ ਕਰੀਏ, ਔਰ ਫਿਲਾਸਫੀ ਇਹੀ ਹੈ ਕਿ ਡਿਸਟਿੰਕਸ਼ਨਸ ਹਟਾ ਦਿਓ। ਡਿਸਟਿੰਕਸ਼ਨਸ ਨਹੀਂ ਹਟਾਓਗੇ ਤੇ ਤੁਸੀਂ ਅਨਡਿਫਾਈਨੇਬਲ ਹੋ ਜਾਓਗੇ, ਕੋਈ ਡਿਫਾਈਨ ਤੁਹਾਡੀ ਕੋਈ ਡੈਫੀਨੇਸ਼ਨ ਨਹੀਂ ਰਹੇਗੀ। ਔਰ ਅੱਜ ਦੇ ਯੁੱਗ ਦੇ ਵਿੱਚ ਇਹ ਬੜਾ ਇੰਪੋਰਟੈਂਟ ਹੈਗਾ ਕਿ ਵੀ ਹੈਵ ਟੂ ਬਿਕਮ ਫੇਥ ਆਫ ਦ ਨਿਊ ਏਜ। ਉਹ ਜਿਹੜੀ ਰੂੜੀਵਾਦੀ ਕੋਈ ਗੱਲਾਂ ਹੈ ਨੇ ਜਿਹੜੀ ਅਸੀਂ ਸਾਨੂੰ ਸਾਡੇ ਦਿਮਾਗ ਵਿੱਚ ਪਾ ਦਿੱਤੀ ਗਈਆਂ ਨੇ, ਮੈਂ ਚੰਗਾ ਤੂੰ ਮਾੜਾ, ਜਾਂ ਮੈਂ ਸੁਪੀਰੀਅਰ ਤੂੰ ਨਹੀਂ, ਫਿਰ ਉਹੀ ਗੱਲ ਹੈ ਕਿ ਆਪਣੇ ਆਪ ਨੂੰ ਸੁਪੀਰੀਅਰ ਨਹੀਂ ਕਹਿਣਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਲੇਕਿਨ ਅਗਰ ਕਿਸੇ ਦੇ ਵਿੱਚ ਕੋਈ ਵਿਤਕਰਾ ਕਰਦਾ ਦਿਖ ਰਿਹਾ ਤੇ ਫਿਰ ਉਹ ਐਕਸੈਪਟੇਬਲ ਨਹੀਂ ਹੈ, ਤੇ ਅਗਰ ਆਪ ਹੀ ਅਸੀਂ ਵਿਤਕਰਾ ਕਰ ਰਹੇ ਹੋ ਤਾਂ ਬਿਲਕੁਲ ਐਕਸੈਪਟੇਬਲ ਨਹੀਂ ਹੈ। ਇੰਨੇ ਅੱਖਰ ਕਹਿ ਕੇ ਆਪ ਜੀ ਤੋਂ ਖਿਮਾ ਦਾ ਜਾਚਾ ਕਾ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹਰਮੀਤ ਜੀ। ਮੈਂ ਪਿਛਲੀ ਵਾਰ ਆਏ ਸੀ, ਇਹਨਾਂ ਨੇ ਇੱਕ ਬੜੀ ਖੂਬਸੂਰਤ ਗੱਲ ਦੱਸੀ ਸੀ, ਬਸ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਕੇ ਫਿਰ ਅਸੀਂ ਚਾਹ ਪੀਵਾਂਗੇ। ਇਹ ਮੈਨੂੰ ਦੱਸ ਰਹੇ ਸੀ ਕਿ USA ਤੋਂ CNN ਦਾ CEO ਆਇਆ ਸੀ ਤੇ ਉਹਦੇ ਲਈ ਲੰਚ ਦਾ ਪ੍ਰੋਗਰਾਮ ਬਣਾਇਆ ਇਹਨਾਂ ਦੇ ਦਫ਼ਤਰ। ਲਗਭਗ 200 ਆਦਮੀ ਇਹਨਾਂ ਦੇ ਦਫ਼ਤਰ ਕੰਮ ਕਰਦਾ, ਸਵੀਪਰ ਟੂ ਉੱਤੋਂ ਤੱਕ। ਤੇ ਦੱਸ ਰਹੇ ਸੀ ਕਿ ਇੱਕੋ ਟੇਬਲ ਤੇ ਸਵੀਪਰ ਤੋਂ ਲੈ ਕੇ ਅਫਸਰ ਤੱਕ ਇੱਕੋ ਟੇਬਲ ਤੇ CEO ਨੇ ਬੈਠ ਕੇ ਖਾਣਾ ਖਾਇਆ। ਤਾਂ ਇਹ ਗੁਰੂ ਨਾਨਕ ਦਾ ਫਲਸਫਾ ਸੀ। ਤਾਂ ਇਹ ਇਤਨੀਆਂ ਹੀ ਗੱਲਾਂ ਹੁੰਦੀਆਂ ਜੀ। ਹੁਣ ਟੀ ਬ੍ਰੇਕ ਹੈ, ਫਿਰ ਅਸੀਂ ਉਸ ਤੋਂ ਬਾਅਦ ਮਿਲਦੇ।